ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਧੰਨ ਵਾਹਿਗੁਰੂ ਸਾਹਿਬ ਜੀਓ। ਸੁਣਿਆ ਸਤ ਸੰਤੋਖ ਗਿਆਨ, ਸੁਣਿਆ 68 ਕਾ ਇਸ਼ਨਾਨ। ਸੁਣਿਆ ਪੜ ਪੜ ਪਾਵਹਿ ਮਾਨ, ਸੁਣਿਆ ਲਾਗੈ ਸਹਿਜ ਧਿਆਨ। ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ਼। ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ਼। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਚਵਰ ਛਤਰ ਸਿੰਘਾਸਨ ਦੇ ਮਾਲਕ, ਵਾਲੀਏ ਕੁਲ ਆਲਮ ਮੁਜਸਮਾਏ ਆਬੇ ਹਯਾਤ। ਸ਼ਬਦ ਗੁਰੂ ਧੰਨ ਧੰਨ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ, ਤਿਨ੍ਹਾਂ ਦੀ ਪਾਵਨ ਔਰ ਪਵਿੱਤਰ ਹਜ਼ੂਰੀ ਦੇ ਅੰਦਰ ਰੋਜ਼ਾਨਾ ਦੀ ਤਰ੍ਹਾਂ ਸੰਧਿਆ ਵੇਲੇ ਦੇ ਸਜੇ ਹੋਏ ਪਾਵਨ ਦੀਵਾਨਾਂ ਦੀ ਹਾਜ਼ਰੀ ਭਰ ਰਹੇ ਗੁਰੂ ਸਵਾਰੇ ਸਤਸੰਗੀ ਜਨੋ, ਵਡਭਾਗੇ ਹਾਂ ਜੋ ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਰਹਿਮਤ ਦਾ ਸਦਕਾ ਮੁਬਾਰਕ ਹਜ਼ੂਰੀ ਦੇ ਅੰਦਰ ਜੁੜ ਕਰਕੇ ਗੁਰੂ ਸਵਾਰਿਆਂ ਪਾਸੋਂ ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਦੇ ਰਸ ਭਿੰਨੇ ਕੀਰਤਨ ਦੇ ਨਾਲ ਸਾਂਝ ਬਣਾ ਰਹੇ ਸਾਂ। ਉਪਰੰਤ ਗੁਰੂ ਦਇਆ ਦੇ ਸਦਕਾ ਚੱਲ ਰਹੀ ਮੁਬਾਰਕ ਬਾਣੀ ਜਪਜੀ ਸਾਹਿਬ ਦੀ ਲੜੀਵਾਰ ਵਿਚਾਰ ਦੇ ਨਾਲ ਸਾਂਝ ਬਣਾਉਣ ਦਾ ਸੁਭਾਗ ਸਮਾਂ ਪ੍ਰਾਪਤ ਹੋ ਰਿਹਾ ਹੈ। ਇਸ ਲੜੀ ਦੇ ਤਹਿਤ ਪਿਛਲੇਰੇ ਦੀਵਾਨਾਂ ਦੇ ਅੰਦਰ ਜਿਸ ਮੁਬਾਰਕ ਪੌੜੀ ਦੀ ਵਿਚਾਰ ਆਪ ਸੰਗਤਾਂ ਦੇ ਨਾਲ ਸਾਂਝ ਬਣਾਈ, ਤਿਸ ਦੇ ਅੰਦਰ ਇੱਕ ਗੱਲ ਸਤਿਗੁਰਾਂ ਨੇ ਸਾਨੂੰ ਸਮਝਾ ਦਿੱਤੀ ਕਿ ਸੰਸਾਰ ਦੇ ਅੰਦਰ, ਇਸ ਬ੍ਰਹਮੰਡ ਦੇ ਅੰਦਰ ਵਿਚਰਦਿਆਂ ਹੋਇਆਂ ਧਰਮ ਕਰਮ ਨੂੰ ਕਰਦਿਆਂ ਪਖੰਡ ਛੱਡ ਕਰਕੇ ਜੇ ਜੀਵਨ ਜੀਵਾਂਗੇ ਤੇ ਸੱਚਮੁੱਚ ਜੀਵਨ ਪੱਧਰ ਬੜਾ ਉੱਚਾ ਹੋ ਜਾਏਗਾ। ਸੁਣਿਆ ਈਸ਼ਰ ਬਰਮਾ ਇੰਦ, ਸੁਣਿਆ ਮੁਖ ਸਾਹ ਲਾਹਣ ਮੰਦ। ਜੀਵਨ ਉੱਚੇ ਪੱਧਰ ਦਾ ਹੋ ਜਾਏਗਾ। ਕਿੰਨਾ ਮੰਦ ਕਰਮੀ ਹੋਵੇ ਉਹ ਰੱਬ ਨੂੰ ਚੇਤੇ ਕਰਨ ਲੱਗ ਜਾਂਦਾ ਹੈ। ਤੇ ਸਾਹਿਬ ਨੇ ਅਗਲੇਰੀ 10 ਨੰਬਰ ਪੌੜੀ, ਜਿਸ ਦਾ ਪਾਠ ਆਪ ਜੀਆਂ ਦੇ ਨਾਲ ਸਾਂਝਾ ਕੀਤਾ ਹੈ, ਜੋ ਉਪਦੇਸ਼ ਬਖਸ਼ਿਸ਼ ਕੀਤਾ ਹੈ, ਆਓ ਤਿਸ ਨੂੰ ਸਮਝਣ ਦਾ ਯਤਨ ਕਰੀਏ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਗੁਰੂ ਚਰਨਾਂ ਦੇ ਅੰਦਰ ਹਾਜ਼ਰੀ ਲਵਾਈਏ। ਬੜੇ ਪਿਆਰ ਅਤੇ ਅਦਬ ਸਹਿਤ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜਦੋਂ ਸਾਹਿਬ ਮੁਬਾਰਕ ਬਾਣੀ ਦੇ ਅੰਦਰ ਸਤ ਤੇ ਸੰਤੋਖ ਦੀ ਗੱਲ ਕਰਦੇ ਨੇ, ਇੱਕ ਬਚਨ ਪੜ੍ਹਦੇ ਹਾਂ ਰੋਜ਼ਾਨਾ ਮੁਬਾਰਕ ਬਾਣੀ ਸੋਧਰ ਦੇ ਅੰਦਰ। ਸਾਹਿਬ ਉੱਥੇ ਅਰਦਾਸ ਕਰਦੇ ਨੇ, ਰੱਬ ਜੀ ਦੇ ਅੱਗੇ ਅਰਜ਼ੋਈ ਕਰਦੇ ਨੇ ਤੇ ਨਾਲ ਸਾਡੇ ਜੀਵਨ ਦਾ ਮਨੋਰਥ ਜਦੋਂ ਸਮਝਾਉਂਦੇ ਨੇ। ਤੇ ਸਾਹਿਬ ਨੇ ਉੱਥੇ ਸ਼ਬਦ ਵਰਤੇ, ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ।
ਅਵਰ ਕਾਜ ਤੇਰਾ ਕਿਤੈ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ, ਸਰੰਜਾਮ ਲਾਗ ਭਵਜਲ ਤਰਨ ਕੈ ਜਨਮ ਬ੍ਰਿਥਾ, ਜਾਤ ਰੰਗ ਮਾਇਆ ਕੈ ਰਹਾਉ। ਤੇ ਸਾਹਿਬ ਬਖਸ਼ਿਸ਼ ਕਰਦੇ ਨੇ, ਮਾਲਕ ਕਹਿੰਦੇ ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇਆ, ਕਹ ਨਾਨਕ ਹਮ ਨੀਚ ਕਰਮਾ, ਸ਼ਰਨ ਪਰੇ ਕੀ ਰਾਖੂ ਸ਼ਰਮਾ। ਤੇ ਸਤਿਗੁਰੂ ਜੀ ਕੋਈ ਧਰਮ ਦਾ ਕਾਰਜ ਕਮਾਇਆ ਹੀ ਨਹੀਂ ਹੈ, ਨਾ ਜਪ ਕੀਤਾ ਹੈ, ਨਾ ਤਪ ਕੀਤਾ ਏ, ਨਾ ਸੰਜਮ ਕੋਈ ਕਮਾਇਆ ਏ। ਤੇ ਅਸੀਂ ਤੇਰੀ ਸ਼ਰਨ 'ਚ ਆ ਗਏ ਹਾਂ, ਤੂੰ ਕਿਰਪਾ ਕਰ, ਹੁਣ ਸਾਡੀ ਸ਼ਰਨ 'ਚ ਆਇਆਂ ਦੀ ਲਾਜ ਰੱਖ ਲੈ, ਕਿਉਂਕਿ ਤੇਰਾ ਸੁਭਾਅ ਹੈ ਜੋ ਸ਼ਰਨ ਆਵੈ ਤੇ ਸਕੰਠ ਲਾਵੈ, ਇਹ ਬਿਰਧ ਸੁਆਮੀ ਸੰਦਾ। ਇਹ ਗੁਰੂ ਦਾ ਸੁਭਾਅ ਹੈ, ਜਿਹੜਾ ਸ਼ਰਨ 'ਚ ਆ ਜਾਵੇ ਸਤਿਗੁਰੂ ਬਖਸ਼ਿਸ਼ ਕਰਕੇ ਉਹਨੂੰ ਗਲ ਦੇ ਨਾਲ ਲਾ ਲੈਂਦੇ ਨੇ। ਇਸ ਗੁਰੂ ਦਾ ਸੁਭਾਅ ਹੈ। ਤੇ ਮਾਲਕ ਨੇ ਬਖਸ਼ਿਸ਼ ਕੀਤੀ, ਸਭ ਕਹਿੰਦੇ ਜਿਹੜੇ ਸੁਣਨ ਲੱਗ ਜਾਣ, ਸੁਣਿਆ ਸਤ ਸੰਤੋਖ ਗਿਆਨ, ਸੁਣਨ ਦੀ ਬਰਕਤ ਦੇ ਨਾਲ ਸਤ, ਸਤ ਦਾ ਭਾਵ ਇੱਥੇ ਹੈ ਦਾਨ, ਉਹਨਾਂ ਨੂੰ ਸੁਝੀ ਆ ਜਾਂਦੀ ਹੈ। ਕਿਉਂਕਿ ਬ੍ਰਾਹਮਣ ਦੇ ਜਦੋਂ ਕਰਮ ਦੇਖਦੇ ਆ ਤੇ ਬ੍ਰਾਹਮਣ ਦੇ ਕਰਮ ਦੇ ਵਿੱਚ 6 ਕਰਮ ਨੇ। ਉਹਦੇ ਵਿੱਚ ਕਰਮ ਹੈ ਦਾਨ ਦੇਣਾ ਤੇ ਦਾਨ ਲੈਣਾ, ਇਹ ਵੱਡੇ ਧਰਮ ਦਾ ਕਾਰਜ ਹੈ। ਤੇ ਮਾਲਕ ਕਹਿੰਦੇ ਨੇ ਤੂੰ ਧਰਮ ਦੇ ਇਸ ਮਾਰਗ ਦੇ ਉੱਤੇ ਤੁਰਦਿਆਂ ਹੋਇਆਂ ਕਿਤੇ ਪਖੰਡ ਵਾਲੇ ਪਾਸੇ ਨਾ ਤੁਰ ਪਵੀਂ, ਤੂੰ ਕਿਤੇ ਦੂਜਿਆਂ ਨੂੰ ਲੁੱਟਣ ਨਾ ਲੱਗ ਜਾਵੀਂ, ਧਰਮ ਦੇ ਨਾਮ ਦੇ ਉੱਤੇ ਦੂਜਿਆਂ ਦਾ ਸ਼ੋਸ਼ਣ ਨਾ ਕਰਨ ਲੱਗ ਜਾਵੀਂ, ਕਿ ਇਹ ਨਾ ਹੋਵੇ ਕਿਸੇ ਨੂੰ ਡਰਾ ਕੇ ਦਾਨ ਲੈਣਾ ਸ਼ੁਰੂ ਕਰ ਦੇਵੇਂ। ਤੂੰ ਸ਼ਰਧਾ ਦੇ ਵਿੱਚ ਭਾਵਨਾ 'ਚ ਇੰਨਾ ਵਹਿ ਜਾਵੇਂ ਸਾਰਾ ਕੁਝ ਹੀ ਦਾਨ ਦੇ ਦੇਵੇਂ। ਕਿਉਂਕਿ ਮਾਲਕ ਕਹਿੰਦੇ ਦਾਨ ਬਾਹਰੀ ਤੌਰ ਤੇ ਦਿਖਾਵੇ ਦਾ ਦਿੱਤਾ ਹੋਇਆ ਵੀ ਕਿਸੇ ਅਰਥ ਨਹੀਂ ਹੈ। ਅਸ ਦਾਨ ਗੱਜ ਦਾਨ, ਸੇਜਾ ਨਾਰੀ ਭੂਮ ਦਾਨ, ਐਸੋ ਦਾਨ ਨਿਤ ਨਿਤਹ ਕੀਜੈ, ਰਾਮ ਨਾਮ ਸਰ ਤਉ ਨਾ ਪੂਜੈ। ਸਭ ਕਹਿੰਦੇ ਬਾਹਰੀ ਤੌਰ ਤੇ ਤੂੰ ਘੋੜੇ ਦਾਨ ਕਰ, ਹਾਥੀ ਦਾਨ ਕਰ, ਗਹਿਣੇ ਦਾਨ ਕਰਦੇ, ਇੱਥੋਂ ਤੱਕ ਕਿ ਸੇਜਾ ਦੇ ਸਮੇਤ ਆਪਣੀ ਪਤਨੀ ਵੀ ਦਾਨ ਕਰਦੇ ਤਾਂ ਵੀ ਰੱਬ ਜੀ ਦੇ ਦਰ ਦੇ ਉੱਤੇ ਨਹੀਂ ਪਹੁੰਚ ਸਕਦਾ। ਇਹ ਬਖਸ਼ਿਸ਼ਾਂ ਗੁਰੂ ਦੇ ਦਰ ਤੋਂ ਨਹੀਂ ਮਿਲਣੀਆਂ। ਇਹ ਸਾਰਾ ਕੁਝ ਕਰਕੇ ਫਿਰ ਕਿਹੜਾ ਦਾਨ ਹੈ? ਜਿਸ ਦਾਨ ਦੀ ਬਰਕਤ ਦੇ ਨਾਲ ਸਭ ਕਹਿੰਦੇ ਨੇ ਬਖਸ਼ਿਸ਼ਾਂ ਮਿਲ ਜਾਣਗੀਆਂ। ਤੂੰ ਨਾਮ ਦੇ ਨਾਲ ਜੁੜੇਗਾ। ਸਭ ਕਹਿੰਦੇ ਜਿਹੜਾ ਦਾਨ ਦੇਣ ਦਾ ਫਲ ਸੰਸਾਰ ਦੇ ਅੰਦਰ ਇਹ ਕਿਹਾ ਗਿਆ ਨਾ ਵੀ ਸਾਰਾ ਕੁਝ ਦਾਨ ਦੇ ਦੇਵੋ ਤੇ ਸਵਰਗ ਵਾਲਾ ਫਲ ਮਿਲ ਜਾਏਗਾ। ਸਭ ਕਹਿੰਦੇ ਗੁਰੂ ਦੇ ਨਾਲ ਜੁੜ। ਇਹ ਸਵਰਗ ਤਾਂ ਬੜੀ ਛੋਟੀ ਜੀ ਚੀਜ਼ ਹੈ, ਤਾਂ ਕੋਈ ਖੇਡ ਹੀ ਬੜੀ ਛੋਟੀ ਹੈ। ਕਬੀਰ ਸਾਹਿਬ ਕਹਿੰਦੇ ਕਬੀਰ ਸੁਰਗ ਨਰਕ ਤੇ ਮੈਂ ਰਹਿਓ, ਸਤਿਗੁਰ ਕੈ ਪ੍ਰਸਾਦ। ਮੈਂ ਤਾਂ ਗੁਰੂ ਦੀ ਕਿਰਪਾ ਦੇ ਨਾਲ ਸਵਰਗ ਤੇ ਨਰਕ ਦੋਵਾਂ ਤੋਂ ਹੀ ਬਚ ਗਿਆ। ਸਾਡਾ ਜ਼ੋਰ ਕਿੱਧਰ ਲੱਗਾ ਹੈ? ਨਰਕ ਤੋਂ ਬਚਣ ਲਈ। ਕਬੀਰ ਸਾਹਿਬ ਕਹਿੰਦੇ ਸ਼ੁਕਰ ਹੋਇਆ ਗੁਰੂ ਦੀ ਕਿਰਪਾ ਹੋਈ ਆ, ਮੈਂ ਸਵਰਗ ਤੇ ਨਰਕ ਦੋਨਾਂ ਤੋਂ ਬਚ ਗਿਆ। ਦੋਨਾਂ ਦੀ ਲੋੜ ਨਹੀਂ ਆ, ਦੋਨੋਂ ਹੀ ਰੱਦ ਕਰ ਦਿੱਤੇ ਗੁਰੂ ਕੇ ਪਿਆਰਿਆਂ ਨੇ। ਤੇ ਮਾਲਕ ਕਹਿੰਦੇ ਫਿਰ ਕਿਹੜੀ ਗੱਲ ਹੈ, ਕਿਹੜਾ ਦਾਨ ਹੈ ਜਿਹੜਾ ਦਾਨ ਕਰਨਾ ਹੈ? ਬ੍ਰਾਹਮਣ ਚੁਲੀ ਸੰਤੋਖ ਕੀ ਗਿਰਹੀ ਕਾ ਸਤਦਾਨ। ਇਹ ਗੁਣ ਹੋਣੇ ਚਾਹੀਦੇ ਨੇ ਸਾਡੇ ਅੰਦਰ। ਜੇ ਗੁਣ ਨਹੀਂ ਹੈ ਤੇ ਮਾਲਕ ਕਹਿੰਦੇ ਫਿਰ ਦਾਨ ਦੇਣ ਦਾ ਸੁਭਾਅ ਬਣ ਜਾਏਗਾ। ਜੇ ਗੁਰੂ ਦੇ ਹੁਕਮ ਨੂੰ ਸੁਣ ਲਵਾਂਗੇ ਫਿਰ ਦਾਨ ਦੇ ਵਿੱਚ ਇਕੱਲੇ ਸੰਸਾਰ ਦੇ ਪਦਾਰਥ ਨਹੀਂ, ਵਕਤ ਆਏਗਾ ਸੰਸਾਰ ਤੋਂ ਆਪਣਾ ਆਪ ਵਾਰ ਸਕਦਾ ਹੈ। ਸਮਾਂ ਆਏਗਾ ਆਪਣੇ ਬਾਪ ਨੂੰ ਤੋਰ ਸਕਦਾ ਹੈ ਸੰਸਾਰ ਦੇ ਉੱਤੋਂ ਦੀ। ਵੀ ਸੰਸਾਰ ਦੀ ਜੇ ਮੁਸ਼ਕਲ ਬਣ ਗਈ ਹੈ, ਸੰਸਾਰ ਨੂੰ ਲੋੜ ਪੈ ਗਈ ਹੈ, ਕਿਸੇ ਨੂੰ ਲੋੜ ਪੈਂਦੀ ਹੈ, ਤੇ ਕਲਗੀਧਰ ਪਾਤਸ਼ਾਹ ਨੇ ਸਾਨੂੰ ਸਿਖਾ ਦਿੱਤਾ ਆਪਣੇ ਬਾਪ ਨੂੰ ਤੋਰਿਆ ਜਾ ਸਕਦਾ ਹੈ। ਆਹ ਦਾਨ ਵੀ ਕੀਤਾ ਜਾ ਸਕਦਾ ਹੈ। ਸੰਸਾਰ ਨੇ ਸਿਰਫ ਦਾਨ ਕੀਤਾ ਪਦਾਰਥਾਂ ਦਾ। ਸਤਿਗੁਰੂ ਨੇ ਕਿਹਾ ਜੇ ਲੋੜ ਪਏਗੀ ਸਿੱਖਾ ਤੈਨੂੰ, ਮੈਂ ਆਪਣੇ ਪੁੱਤਰ ਤੈਨੂੰ ਦਾਨ ਕਰ ਦੇਵਾਂਗਾ। ਦਾਨ ਹੀ ਹੈ।
ਆਪਣੇ ਪੁੱਤਰਾਂ ਨੂੰ ਸਾਡੀ ਆਜ਼ਾਦੀ ਦੇ ਲਈ ਵਾਰ ਦੇਣਾ, ਸਾਡੀ ਅਣਖ ਗੈਰਤ ਦੇ ਲਈ ਵਾਰ ਦੇਣਾ, ਇਸ ਤੋਂ ਵੱਡਾ ਸੰਸਾਰ ਦੇ ਅੰਦਰ ਦਾਨ ਕਿਹੜਾ ਹੋਵੇਗਾ? ਸਾਡੀ ਐਸ਼ ਵਾਸਤੇ, ਸਾਡੇ ਸੁੱਖ ਵਾਸਤੇ, ਸਾਡੇ ਆਰਾਮ ਵਾਸਤੇ ਸਤਿਗੁਰੂ ਨੇ ਆਪਣਾ ਸਾਰਾ ਕੁਝ ਛੱਡ ਦਿੱਤਾ। ਜੰਗਲਾਂ ਦੇ ਅੰਦਰ ਰਹਿ ਲਿਆ, ਜਾਮਾ ਪਾਟਾ ਹੋਇਆ ਪਾ ਲਿਆ, ਪੈਰਾਂ ਦੇ ਵਿੱਚ ਛਾਲੇ ਨੇ। ਸਤਿਗੁਰੂ ਨੇ ਤੇ ਆਪਣਾ ਸੁੱਖ ਵੀ ਸਾਨੂੰ ਦੇ ਦਿੱਤਾ। ਇਸ ਤੋਂ ਵੱਡਾ ਦਾਨ ਹੋਰ ਕਿਹੜਾ ਹੋਵੇਗਾ? ਗੁਰੂ ਇਦਾਂ ਦੇ ਦਾਨ ਸਿਖਾਉਂਦਾ ਏ। ਜਿੱਦਣ ਸਿੱਖ ਇਦਾਂ ਦੀ ਗੱਲ ਸਿੱਖ ਲਵੇ ਗੁਰੂ ਦੇ ਕੋਲੋਂ, ਤੇ ਫਿਰ ਉਹਦਾ ਜੀਉਣ ਦਾ ਪੱਧਰ ਕਿਦਾਂ ਦਾ ਹੋ ਜਾਂਦਾ ਏ। ਭਾਈ ਮਨੀ ਸਿੰਘ ਜੀ ਦਾ ਜੀਵਨ ਪੜ੍ਹ ਕੇ ਦੇਖੀਏ। ਭਾਈ ਮਨੀ ਸਿੰਘ ਜੀ ਨੇ ਆਪਣੇ ਸਾਰੇ ਦੇ ਸਾਰੇ ਪਰਿਵਾਰ ਦੇ ਜੀਆਂ ਨੂੰ ਗੁਰੂ ਚਰਨਾਂ ਦੇ ਅੰਦਰ ਸਮਰਪਿਤ ਕਰ ਦਿੱਤਾ। ਕਦੇ ਭਾਈ ਭੱਟ ਭਿੱਖਾ ਜੀ ਦਾ ਜੀਵਨ ਪੜ੍ਹ ਕੇ ਦੇਖੀਏ, ਸਾਰੇ ਦਾ ਸਾਰਾ ਪਰਿਵਾਰ ਗੁਰੂ ਚਰਨਾਂ ਦੇ ਨਾਲ ਜੁੜਿਆ ਹੋਇਆ ਹੈ। ਜਿੱਥੇ ਭੱਟ ਕੀਰਤ ਜੀ ਤੇ ਭੱਟ ਮਥੁਰਾ ਜੀ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਵਕਤ ਜੰਗੇ ਮੈਦਾਨ ਦੇ ਵਿੱਚ, ਮੈਦਾਨ ਦੇ ਜੰਗ ਦੇ ਅੰਦਰ ਸ਼ਹਾਦਤ ਦੇ ਜਾਮ ਪੀਂਦੇ ਨੇ, ਉੱਥੇ ਉਹਨਾਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਫਿਰ ਮੈਦਾਨੇ ਜੰਗ ਦੇ ਅੰਦਰ ਜੂਝਦਿਆਂ ਹੋਇਆਂ ਸ਼ਹਾਦਤ ਦੇ ਜਾਮ ਪੀਂਦੀਆਂ ਨੇ। ਇਹ ਹੈ ਅਸਲ ਦੇ ਵਿੱਚ ਦਾਨ ਦਾ ਸੁਭਾਅ। ਔਰ ਜਿੱਦਣ ਕਿਤੇ ਤਾਕਤ ਆ ਜਾਏ, ਹੱਥ ਦੇ ਵਿੱਚ ਬਾਦਸ਼ਾਹੀ ਆ ਜਾਏ, ਤੇ ਸ਼ਹਿਨਸ਼ਾਹੀਅਤ ਦੇ ਵਿੱਚੋਂ ਫਿਰ ਬਾਬਾ ਬੰਦਾ ਸਿੰਘ ਬਹਾਦਰ ਵਰਗਾ ਰਾਜ ਪੈਦਾ ਹੁੰਦਾ ਏ। ਉਸ ਰਾਜ ਦੇ ਵਿੱਚ ਨੀਵਿਆਂ ਤੇ ਨਿਤਾਣਿਆਂ ਨੂੰ, ਕਿਉਂਕਿ ਇੱਥੇ ਗੱਲ ਹੀ ਇਹ ਸਿਖਾਈ ਜਾਂਦੀ ਹੈ, ਨੀਚਾਂ ਅੰਦਰ ਨੀਚ ਜ਼ਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੈ ਸੰਗ ਸਾਥ, ਵੱਡਿਆਂ ਸਿਉ ਕਿਆ ਰੀਸ, ਜਿੱਥੈ ਨੀਚ ਸੰਭਾਲੀਆਂ ਤਿੱਥੈ ਨਦਰ ਤੇਰੀ ਬਖਸ਼ੀਸ਼। ਬਾਬਾ ਬੰਦਾ ਸਿੰਘ ਬਹਾਦਰ ਨੇ ਗੱਲ ਸਮਝ ਲਈ। ਨੀਵਿਆਂ ਤੇ ਨਿਤਾਣਿਆਂ ਨੂੰ, ਜਿਨ੍ਹਾਂ ਨੂੰ ਜਗੀਰਦਾਰ ਲੁੱਟਦੇ ਸਨ, ਉਹਨਾਂ ਨੂੰ ਜ਼ਮੀਨਾਂ ਦੇ ਮਾਲਕ ਬਣਾ ਦਿੱਤਾ। ਇੱਦਾਂ ਦਾ ਸੁਭਾਅ, ਇੱਦਾਂ ਦੀ ਆਦਤ ਬਣ ਜਾਂਦੀ ਹੈ। ਮਾਲਕ ਕਹਿੰਦੇ ਜਿਹੜੇ ਰੱਬੀ ਨਾਮ ਦੇ ਵਿੱਚ ਸੁਰਤ ਜੋੜ ਲੈਂਦੇ ਨੇ, ਜਿਹੜੇ ਰੱਬੀ ਨਾਮ ਨੂੰ ਸੁਣਨ ਲੱਗ ਜਾਂਦੇ ਨੇ, ਸੁਣਿਆ ਸਤ ਸੰਤੋਖ ਆ ਜਾਂਦਾ ਹੈ ਜੀਵਨ ਦੇ ਅੰਦਰ, ਸਹਿਜ ਆ ਜਾਂਦਾ ਹੈ। ਸਾਡੇ ਜੀਵਨ ਦੇ ਅੰਦਰ ਸੰਤੋਖ ਨਹੀਂ ਹੈ। ਸਾਡਾ ਜੀਵਨ ਦੌੜ ਵੱਲ ਲੱਗਾ ਹੋਇਆ ਹੈ। ਅਸੀਂ ਚਾਹੁੰਦੇ ਹਾਂ ਸਾਰਾ ਕੁਝ ਸਾਨੂੰ ਮਿਲ ਜਾਏ, ਆ ਵੀ ਸਾਨੂੰ ਮਿਲ ਜਾਏ। ਮਾਲਕ ਕਹਿੰਦੇ ਜਿਹੜੇ ਨਾਮ ਦੇ ਨਾਲ ਜੁੜ ਜਾਣ, ਉਹਨਾਂ ਦੇ ਅੰਦਰ ਦੀ ਤ੍ਰਿਸ਼ਨਾ ਬੁੱਝ ਜਾਂਦੀ ਹੈ, ਉਹ ਟਿਕ ਜਾਂਦੇ ਨੇ, ਕਿਉਂਕਿ ਉਹ ਮੰਗਦੇ ਹੀ ਗੁਰੂ ਦੇ ਕੋਲੋਂ ਨੇ, ਉਹ ਸੰਸਾਰ ਦੇ ਕੋਲੋਂ ਨਹੀਂ ਮੰਗਦੇ। ਫਿਰ ਸਾਹਿਬ ਕਹਿੰਦੇ ਨੇ ਉਹ ਵਿਰਲੇ ਨੇ ਜਿਨ੍ਹਾਂ ਦੇ ਅੰਦਰ ਦੀ ਇਹ ਤ੍ਰਿਸ਼ਨਾ ਬੁੱਝਦੀ ਹੈ। ਤ੍ਰਿਸ਼ਨਾ ਬਿਰਲੇ ਹੀ ਕੀ ਬੁੱਝੀ ਹੈ, ਕੋਟ ਜੋਰੇ ਲੱਖ ਕਰੋੜੇ ਮਨ ਨਾ ਹੋਰੇ, ਪਰੇ ਪਰੇ ਹੀ ਸਿਉ ਲੁਝੀ ਹੈ। ਉਹਨਾਂ ਦੇ ਅੰਦਰ ਦੀ ਇਹ ਭਟਕਣਾ ਖਤਮ ਹੋ ਜਾਂਦੀ ਹੈ, ਟਿਕ ਜਾਂਦੇ ਨੇ, ਸਹਿਜ ਦੇ ਵਿੱਚ ਆ ਜਾਂਦੇ ਨੇ। ਮਾਲਕ ਕਹਿੰਦੇ ਸਹਿਜ ਦੇ ਵਿੱਚ ਆਏਗਾ ਕੌਣ? ਜਿਹੜੇ ਰੱਬੀ ਨਾਮ ਦੇ ਅੰਦਰ ਜੁੜ ਜਾਣਗੇ, ਉਹ ਸਹਿਜ ਦੇ ਵਿੱਚ ਆ ਜਾਣਗੇ। ਉਹ ਅੰਦਰੋਂ ਰੱਜਦੇ ਨੇ। ਜਿਹੜੇ ਨਾਮ ਦੇ ਨਾਲ ਜੁੜ ਜਾਣ, ਸਭ ਕਹਿੰਦੇ ਉਹ ਤ੍ਰਿਪਤ ਹੋ ਜਾਂਦੇ ਨੇ, ਉਹ ਸੰਤੋਖ ਦੇ ਵਿੱਚ ਆ ਕੇ ਰੱਜ ਜਾਂਦੇ ਨੇ। ਸੰਸਾਰ ਨਹੀਂ ਰਜਾ ਸਕਦਾ। ਮਾਲਕ ਕਹਿੰਦੇ ਭੁੱਖਿਆਂ ਭੁੱਖ ਨਾ ਉਤਰੀ, ਜੇ ਬੰਨਾ ਪੁਰੀਆਂ ਭਾਰ। ਜੇ ਸੰਸਾਰ ਦੇ ਸਾਰੇ ਪਦਾਰਥ ਵੀ ਅਸੀਂ ਇਕੱਠੇ ਕਰ ਲਈਏ ਨਾ, ਸਭ ਕਹਿੰਦੇ ਰੱਜ ਨਹੀਂ ਸਕਦਾ। ਇਹ ਮਨ ਦੀ ਭੁੱਖ ਦੂਰ ਨਹੀਂ ਹੋਏਗੀ। ਮਨ ਦੀ ਭੁੱਖ ਕਿਹਨਾਂ ਦੀ ਦੂਰ ਹੁੰਦੀ ਹੈ? ਦੇਹ ਨਾਮ ਸੰਤੋਖੀਆ ਉਤਰੈ ਮਨ ਕੀ ਭੁੱਖ। ਜਿਹੜੇ ਗੁਰੂ ਚਰਨਾਂ ਦੇ ਅੰਦਰ ਅਰਦਾਸ ਕਰਦੇ ਨੇ, ਸਾਹਿਬ ਜੀ ਨਾਮ ਦੀ ਦਾਤ ਬਖਸ਼ ਦੇਵੋ, ਇਹਦੇ ਨਾਲ ਅੰਦਰ ਰੱਜਦਾ ਹੈ, ਅੰਦਰ ਦੀ ਭੁੱਖ ਉਤਰ ਜਾਂਦੀ ਹੈ। ਤੇ ਮਾਲਕ ਕਹਿੰਦੇ ਫਿਰ ਇਹ ਸੁਣਨ ਦੀ ਬਖਸ਼ਿਸ਼ ਦੇ ਨਾਲ ਗਿਆਨ ਮਿਲ ਜਾਂਦਾ ਹੈ। ਉਹ ਗਿਆਨ ਜਿਹਦੇ ਨਾਲ ਪਰਮਾਤਮਾ ਦੀ ਸੋਝੀ ਹੋ ਜਾਂਦੀ ਹੈ। ਉਹ ਗਿਆਨ ਨਹੀਂ, ਸੰਸਾਰ ਦਾ ਗਿਆਨ ਸਾਨੂੰ ਹੰਕਾਰ ਵਾਲੇ ਪਾਸੇ ਲੈ ਜਾਂਦਾ ਹੈ। ਸੰਸਾਰ ਦਾ ਗਿਆਨ ਬਹੁਤਾਤ ਸਾਡੀ ਸੁਰਤ ਨੂੰ ਹਿਲਾ ਦੇਵੇਗਾ, ਅਸੀਂ ਹੰਕਾਰੀ ਹੋ ਜਾਵਾਂਗੇ। ਕਈ ਵਾਰ ਤਾਂ ਮੁਸ਼ਕਲ ਇੱਥੋਂ ਤੱਕ ਬਣਦੀ ਹੈ, ਰੱਬੀ ਬਾਣੀ ਪੜ੍ਹਨ ਵਾਲੇ ਵੀ ਹੰਕਾਰੇ ਪਏ ਨੇ। ਬਾਣੀ ਪੜ੍ਹ ਕੇ ਸਾਡੀ ਸੁਰਤ ਦੇ ਅੰਦਰ ਹੰਕਾਰ ਹੈ। ਅਸੀਂ ਕਹਿ ਦਿੰਦੇ ਹਾਂ, ਦੇਖੋ ਜੀ ਅਸੀਂ ਤਾਂ ਇੰਨੀ ਬਾਣੀ ਪੜ੍ਹਦੇ ਹਾਂ, ਸਾਨੂੰ ਇੰਨੀ ਬਾਣੀ ਕੰਠ ਹੈ, ਅਸੀਂ ਤਾਂ ਜੀ ਇੰਨੇ ਸਹਿਜ ਪਾਠ ਕਰ ਛੱਡੇ ਨੇ, ਅਸੀਂ ਤੇ ਇਹਨਾਂ ਨਿਤਨੇਮ ਕਰ ਛੱਡਦੇ ਹਾਂ। ਹੰਕਾਰ ਹੈ, ਹਉਮੈ ਆ ਜਾਂਦੀ ਹੈ ਬਾਣੀ ਪੜ੍ਹ ਕੇ। ਮਾਲਕ ਕਹਿੰਦੇ ਨੇ
ਇਹ ਬਾਣੀ ਤਾਂ ਭਾਵਨਾ ਦੇ ਨਾਲ ਪੜ੍ਹੇਗਾ ਤੇ ਅੰਦਰ ਦੇ ਹੰਕਾਰ ਨੂੰ ਖਤਮ ਕਰ ਦੇਵੇਗੀ। ਸਾਨੂੰ ਧਾਰਮਿਕ ਗ੍ਰੰਥ ਪੜ੍ਹ ਕੇ, ਬਾਣੀ ਪੜ੍ਹ ਕੇ, ਤੇ ਮੈਂ ਅਕਸਰ ਗੱਲ ਕਰਦਾ ਹੁੰਦਾ, ਅਸੀਂ ਉਸ ਬਾਣੀ ਨੂੰ ਕੰਠ ਕਰਕੇ, ਉਸ ਬਾਣੀ ਦਾ ਪਾਠ ਕਰਕੇ, ਜਾਪ ਕਰਕੇ, ਉਸ ਬਾਣੀ ਦੀ ਵਿਚਾਰ ਕਰਕੇ, ਉਸ ਬਾਣੀ ਦਾ ਕੀਰਤਨ ਕਰਕੇ ਹੰਕਾਰ ਜਾਂਦੇ ਆ। ਜਿਸ ਬਾਣੀ ਨੂੰ ਰਚਨ ਵਾਲਾ, ਜਿਸ ਬਾਣੀ ਦਾ ਸੰਕਲਨ ਕਰਨ ਵਾਲਾ, ਜਿਸ ਬਾਣੀ ਨੂੰ ਪੋਥੀ ਦਾ ਰੂਪ ਦੇਣ ਵਾਲਾ ਆਪ ਮੁਹਾਰੇ ਇਹ ਗੱਲ ਕਹਿੰਦਾ ਏ, ਨਾਨਕ ਨੀਚ ਕਹੈ ਵਿਚਾਰ। ਜਿਹੜਾ ਆਪ ਕਹਿੰਦਾ ਹੋਵੇ, ਤੇਰਾ ਕੀਤਾ ਜਾਤੋ ਨਾਹੀ, ਮੈਨੂੰ ਜੋ ਕੀ ਤੋਈ, ਮੈਂ ਨਿਰਗੁਣ ਆਰੇ, ਕੋ ਗੁਣ ਨਾਹੀ, ਆਪੇ ਤਰਸ ਪਇਓਈ। ਉਸ ਬਾਣੀ ਨੂੰ ਪੜ੍ਹਨ ਵਾਲਾ ਕਹਿੰਦਾ ਏ ਵੀ ਮੈਨੂੰ ਬਹੁਤ ਗਿਆਨ ਹੋ ਗਿਆ। ਸਭ ਕਹਿੰਦੇ ਜਿੱਦਣ ਸੱਚਮੁੱਚ ਬਾਣੀ ਨੂੰ ਮਨ ਕਰਕੇ ਪੜ੍ਹੇਗਾ ਨਾ, ਮਨ ਕਰਕੇ ਸੁਣ ਲਵੇਂਗਾ, ਫਿਰ ਮਨ ਦੇ ਅੰਦਰ ਇਹ ਹੰਕਾਰ ਨਹੀਂ, ਉਹ ਸੱਚਾ ਗਿਆਨ, ਹੰਕਾਰ ਰਹਿਤ ਬਾਣੀ ਦਾ ਉਹ ਖਜ਼ਾਨਾ ਤੈਨੂੰ ਪ੍ਰਾਪਤ ਹੋ ਜਾਏਗਾ, ਜਿਹੜਾ ਹੰਕਾਰ ਤੋਂ ਦੂਰ ਹੋਵੇਗਾ, ਜਿਹਦੇ 'ਚ ਹੰਕਾਰ ਨਹੀਂ। ਕਿਉਂਕਿ ਤੈਨੂੰ ਗਿਆਨ ਹੋ ਜਾਏਗਾ ਨਾ, ਤੈਨੂੰ ਸਮਝ ਆ ਜਾਏਗੀ ਹਉਮੈ ਨਾਮੈ ਨਾਲ ਵਿਰੋਧ ਹੈ, ਦੋਏ ਨਾ ਵਸੈ ਇੱਕ ਠਾਏ। ਤੇ ਹਉਮੈ ਤੇ ਨਾਮ ਦਾ ਵਿਰੋਧ ਹੈ ਵੀ ਜਿੱਥੇ ਬਾਣੀ ਪੜ੍ਹਦੇ ਆ ਹਉਮੈ ਆ ਗਈ, ਉੱਥੇ ਫਿਰ ਅੰਦਰ ਟਿਕੇਗਾ ਨਹੀਂ, ਉੱਥੇ ਨਾਮ ਨਹੀਂ ਵਸੇਗਾ। ਤੇ ਸਭ ਕਹਿੰਦੇ ਫਿਰ ਜਿੱਦਣ ਤੈਨੂੰ ਇਹ ਗਿਆਨ ਹੋ ਗਿਆ, ਫਿਰ ਤੂੰ ਇਸ ਪਾਸੇ ਦੌੜੇਗਾ ਨਹੀਂ। ਸੁਣਿਆ ਸਤ ਸੰਤੋਖ ਗਿਆਨ, ਸੁਣਿਆ 68 ਕਾ ਇਸ਼ਨਾਨ। ਜਿਹੜਾ ਸੁਖ, ਜਿਹੜੀ ਸਹਿਜਤਾ, ਜਿਹੜਾ ਆਨੰਦ, ਜਿਹੜਾ ਫਲ, ਜਿਹੜੇ ਪਾਪਾਂ ਤੋਂ ਬਚਣ ਦੇ ਲਈ 68 ਤੀਰਥਾਂ ਦਾ ਇਸ਼ਨਾਨ ਕਰਦੇ ਆ ਨਾ, ਉਹ ਸਾਰੇ ਦੇ ਸਾਰੇ ਕਰਮ, ਉਹ ਬਖਸ਼ਿਸ਼ਾਂ ਗੁਰੂ ਦੇ ਨਾਮ ਨੂੰ ਸੁਣਨ ਦੇ ਨਾਲ ਪ੍ਰਾਪਤ ਹੋ ਜਾਂਦੀਆਂ ਨੇ। ਜੋ ਤੀਰਥਾਂ ਦੀ ਗੱਲ ਕਰਦੇ ਆ, ਤੇ ਫਿਰ ਤੀਰਥਾਂ ਦੀ ਗਿਣਤੀ ਬੜੀ ਵੱਖਰੀ ਵੱਖਰੀ ਆ। ਹਿੰਦੂ ਮਤ ਦੇ ਧਾਰਮਿਕ ਗ੍ਰੰਥ 322 ਵੀ ਮੰਨਦੇ ਨੇ, 102 ਵੀ ਮੰਨਦੇ ਨੇ, ਤੇ 68 ਵੀ ਮੰਨਦੇ ਨੇ, ਤੇ 68 ਜ਼ਿਆਦਾ ਪ੍ਰਚਲਿਤ ਨੇ। ਤੇ ਗਿਣਤੀ ਜਿਹੜੀ ਆ ਧਾਰਮਿਕ ਗ੍ਰੰਥਾਂ ਦੇ ਅੰਦਰ 322 ਤੇ 102 ਵੀ ਆਉਂਦੀ ਆ। ਪਰ ਸਾਹਿਬ ਨੇ ਇੱਥੇ ਸ਼ਬਦ ਵਰਤਿਆ ਹੈ 68, 68। ਜਿਹੜੇ 68 ਤੀਰਥ ਨੇ, ਸਭ ਕਹਿੰਦੇ ਇਹਨਾਂ ਦੀ ਸੋਝੀ ਆ ਜਾਏਗੀ ਤੈਨੂੰ। ਭਾਵ ਇਹਨਾਂ ਦੇ ਇਸ਼ਨਾਨ ਕਰਨ ਦਾ ਜਿਹੜਾ ਫਲ ਤੈਨੂੰ ਲੱਗਦਾ ਹੈ ਨਾ, ਤੈਨੂੰ ਲੱਗਦਾ ਹੈ ਵੀ ਇੱਥੇ ਇਸ਼ਨਾਨ ਕਰਨ ਦਾ ਫਲ ਮਿਲ ਜਾਏਗਾ, ਸਭ ਕਹਿੰਦੇ ਤੈਨੂੰ ਸੋਝੀ ਆ ਜਾਏਗੀ ਵੀ ਤੀਰਥਾਂ ਦੇ ਇਸ਼ਨਾਨ ਦੇ ਨਾਲ ਕੁਝ ਨਹੀਂ ਹੋਣਾ। ਅਸਲ ਤੀਰਥ ਕਿਹੜਾ ਏ? ਤੀਰਥ ਨਹਾਵਣ ਜਾਓ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ, ਅੰਤਰ ਗਿਆਨ ਹੈ, ਗੁਰ ਗਿਆਨ ਸਾਚਾ ਥਾਨ ਤੀਰਥ, 10 ਪੁਰਬ ਸਦਾ ਦਸਹਰਾ। ਆ ਨਾਮ ਦੇ ਤੀਰਥ ਦੇ ਉੱਤੇ ਇਸ਼ਨਾਨ ਕਰ, ਸਭ ਕਹਿੰਦੇ ਅੰਦਰ ਸਾਫ਼ ਹੋ ਜਾਏਗਾ, ਅੰਦਰ ਦੀ ਮੈਲ ਉਤਰੇਗੀ। ਅਜੇ ਤਾਂ ਬਾਹਰ ਦੇ ਤੀਰਥ ਦੇ ਨਾਲ ਤੇ ਬਾਹਰ ਦੀ ਮੈਲ ਉਤਰੇਗੀ। ਸਭ ਕਹਿੰਦੇ ਜੇ ਅੰਦਰ ਦੀ ਮੈਲ ਉਤਾਰਨੀ ਹੈ ਨਾ, ਤੇ ਇੱਕੋ ਹੀ ਇੱਕ ਤਰੀਕਾ ਹੈ, ਉਹ ਹੈ ਨਾਮ ਦੇ ਤੀਰਥ ਤੇ ਇਸ਼ਨਾਨ ਕਰਨਾ, ਗੁਰੂ ਦੇ ਦਰ ਦੇ ਉੱਤੇ ਆ ਕੇ ਸੋਝੀ ਪ੍ਰਾਪਤ ਕਰਨੀ, ਕਿਉਂਕਿ ਸੋਝੀ ਗੁਰੂ ਦੇ ਦਰ ਤੋਂ ਮਿਲਦੀ ਹੈ। ਇੱਥੋਂ ਆ ਕੇ ਜਦੋਂ ਸੋਝੀ ਲਵਾਂਗੇ ਤੇ ਸਭ ਕਹਿੰਦੇ ਅੰਦਰ ਦੀ ਮੈਲ ਉਤਰ ਜਾਏਗੀ। ਸੁਣਿਆ 68 ਕਾ ਇਸ਼ਨਾਨ, ਸੁਣਿਆ ਪੜ ਪੜ ਪਾਵਹਿ ਮਾਨ। ਜਿਹੜਾ ਮਾਣ ਸਤਿਕਾਰ ਸੰਸਾਰ ਦੇ ਅੰਦਰ ਬੜੇ ਗਿਆਨ ਵਾਲੇ, ਬੜਾ ਧਾਰਮਿਕ ਸੰਸਾਰਕ ਰਾਜਨੀਤਿਕ ਗਿਆਨ ਇਕੱਠਾ ਕਰਕੇ ਜਿਹੜਾ ਮਾਣ ਸਤਿਕਾਰ ਸਾਨੂੰ ਮਿਲੇਗਾ ਨਾ, ਸਭ ਕਹਿੰਦੇ ਤੂੰ ਰੱਬੀ ਨਾਮ ਨੂੰ ਸੁਣਨਾ ਸ਼ੁਰੂ ਕਰ, ਤੈਨੂੰ ਉਹ ਮਾਣ ਮਿਲ ਜਾਏਗਾ, ਉਹ ਬਖਸ਼ਿਸ਼ਾਂ ਮਿਲ ਜਾਣਗੀਆਂ। ਕਬੀਰ ਸਾਹਿਬ ਸੰਸਾਰ ਦਾ ਗਿਆਨ ਇਕੱਠਾ ਕਰਨ ਕਿਤੇ ਨਹੀਂ ਗਏ, ਪਰ ਮਾਣ ਬੜਾ ਏ। ਸੰਸਾਰ ਜਿੱਦਣ ਪੜ੍ਹ ਲੈਂਦਾ ਹੈ ਕਬੀਰ ਸਾਹਿਬ ਦੀ ਮੁਬਾਰਕ ਬਾਣੀ ਨੂੰ, ਤੇ ਆਪ ਕਹਿਣ ਲੱਗ ਜਾਂਦਾ ਏ ਕਿ ਸੱਚਮੁੱਚ ਕੋਈ ਏਡਾ ਵਿਦਵਾਨ ਵੀ ਹੋ ਸਕਦਾ ਹੈ। ਭਗਤ ਰਵਿਦਾਸ ਸਾਹਿਬ ਦੇ ਕੋਲ ਹੱਕ ਨਹੀਂ ਹੈ ਗਿਆਨ ਦਾ ਸੰਸਾਰ ਦੇ ਕੋਲੋਂ ਲੈਣ ਦਾ, ਸੰਸਾਰ ਦੇ ਅੰਦਰ ਰਹਿ ਕੇ ਗਿਆਨ ਇਕੱਠਾ ਕਰਨ ਦਾ ਹੱਕ ਨਹੀਂ ਹੈਗਾ। ਪਰ ਭਗਤ ਰਵਿਦਾਸ ਸਾਹਿਬ ਦੀ ਮੁਬਾਰਕ ਬਾਣੀ ਨੂੰ ਪੜ੍ਹੋਗੇ ਤੇ ਆਪਣੇ ਆਪ ਮਨ ਕਹੇਗਾ ਇੱਥੇ ਝੁਕ ਜਾ, ਇੱਥੇ ਨਿਵ ਜਾ, ਕਿਉਂਕਿ ਇਹ ਬਾਣੀ ਸਿਖਾਏਗੀ ਤੈਨੂੰ, ਇਹ ਤੈਨੂੰ ਪਿਆਰ ਕਰਨਾ ਸਿਖਾਉਂਦਾ ਏ। ਤੂੰ ਆਪਣੇ ਆਪ ਮਾਣ ਦੇਂਗਾ,
ਤੂੰ ਕਦੇ ਗੁਰੂ ਨਾਨਕ ਪਾਤਸ਼ਾਹ ਦੇ ਬਚਨਾਂ ਨੂੰ ਪੜ੍ਹ, ਤੈਨੂੰ ਆਪ ਕਹਿਣਾ ਪਏਗਾ ਸੱਚਮੁੱਚ ਇਹ ਉਹ ਮਾਰਗ ਹੈ ਜਿਸ ਮਾਰਗ ਦੇ ਉੱਤੇ ਤੁਰਦਿਆਂ ਹੋਇਆਂ ਤੂੰ ਰੱਬੀ ਮਾਰਗ ਤੇ ਉਸ ਰੱਬ ਜੀ ਦੇ ਦਰ ਤੇ ਪਹੁੰਚ ਸਕਦਾ ਹੈ। ਇਸ ਨਾਮ ਨੂੰ ਸੁਣਨ ਦੇ ਨਾਲ ਤੇ ਜਿਨ੍ਹਾਂ ਨੇ ਫਿਰ ਸੁਣਿਆ ਉਹਨਾਂ ਨੂੰ ਸੰਸਾਰ ਅੱਜ ਵੀ ਝੋਕੇ ਸਲਾਮਾਂ ਕਰਦਾ ਹੈ। ਜਿਨ੍ਹਾਂ ਨੇ ਸੁਣ ਲਿਆ ਨਮਸਕਾਰਾਂ ਅੱਜ ਵੀ ਹੁੰਦੀਆਂ ਨੇ। ਬੇਅੰਤ ਉਦਾਹਰਨਾਂ ਨੇ ਰੱਬੀ ਬਾਣੀ ਦੇ ਅੰਦਰ, ਬੇਅੰਤ ਉਦਾਹਰਨਾਂ ਨੇ ਇਸ ਸੰਸਾਰ ਦੇ ਅੰਦਰ। ਇੱਥੇ ਗਣਕਾ ਦੀ ਉਦਾਹਰਣ ਮਿਲ ਜਾਏਗੀ, ਇੱਥੇ ਅਜਾਮਲ ਦੀ ਉਦਾਹਰਣ ਮਿਲ ਜਾਏਗੀ। ਇੱਥੇ ਜਿਨ੍ਹਾਂ ਨੇ ਸੱਚਮੁੱਚ ਨਾਮ ਨੂੰ ਸੁਣਿਆ ਤੇ ਸਿਮਰਿਆ ਹੈ ਉਹਨਾਂ ਦੇ ਜੀਵਨ ਬਦਲ ਗਏ। ਤੇ ਸਾਹਿਬ ਬਖਸ਼ਿਸ਼ ਕਰਦੇ ਨੇ, ਮਾਲਕ ਕਹਿੰਦੇ ਉਹ ਮਾਣ ਉਹ ਸਤਿਕਾਰ ਤੈਨੂੰ ਵੀ ਪ੍ਰਾਪਤ ਹੋ ਜਾਏਗਾ, ਤੂੰ ਰੱਬੀ ਨਾਮ ਨੂੰ ਸੁਣਨਾ ਸ਼ੁਰੂ ਕਰ ਦੇ। ਸੁਣਿਆ ਪੜ੍ਹ ਪੜ੍ਹ ਪਾਵਹਿ ਮਾਨ, ਸੁਣਿਆ ਲਾਗੈ ਸਹਿਜ ਧਿਆਨ। ਜੇ ਨਾਮ ਨੂੰ ਸੁਣਨਾ ਸ਼ੁਰੂ ਕਰ ਦੇਵੇਂਗਾ ਨਾ ਤੇ ਸਹਿਜ ਵਿੱਚ ਟਿਕ ਜਾਏਗਾ। ਤੇਰੀ ਸੁਰਤੀ ਜਿਹੜੀ ਆ ਪਰਮਾਤਮਾ ਦੇ ਨਾਲ ਜੁੜ ਜਾਏਗੀ। ਅੱਜ ਅਸੀਂ ਕਹਿ ਦਿੰਦੇ ਆ, ਦੇਖੋ ਜੀ ਬਾਣੀ ਪੜ੍ਹਦੇ ਆ, ਸਾਡਾ ਧਿਆਨ ਨਹੀਂ ਲੱਗਦਾ, ਸਾਡਾ ਮਨ ਖਿੰਡਦਾ ਏ, ਸਾਡਾ ਮਨ ਦੌੜਦਾ ਏ। ਸਭ ਕਹਿੰਦੇ ਫਿਰ ਸੁਣਨ ਵੱਲ ਧਿਆਨ ਦੇ। ਥੋੜ੍ਹਾ ਜਿਹਾ ਅਸਲ 'ਚ ਮੁਸ਼ਕਲ ਹੈ, ਕੱਲਾ ਕਿਸੇ ਦੇ ਕੋਲੋਂ ਸੁਣਨ ਦੀ ਗੱਲ ਨਹੀਂ ਹੈ, ਕਿਸੇ ਦੇ ਕੋਲੋਂ ਵੀ ਸੁਣ ਸਕਦੇ ਹਾਂ ਬਾਣੀ। ਅਸੀਂ ਇੱਕ ਹੋਰ ਕਾਰਜ ਕਰਦੇ ਹਾਂ, ਪਾਠ ਹੋ ਰਿਹਾ ਹੋਵੇ, ਕਥਾ ਹੋ ਰਹੀ ਹੋਵੇ, ਕੀਰਤਨ ਹੋ ਰਿਹਾ ਹੋਵੇ, ਗੁਰਮਤਿ ਦੀ ਕੋਈ ਗੱਲ ਸਾਂਝੀ ਕਰ ਰਿਹਾ ਹੋਵੇ ਤੇ ਅਸੀਂ ਗੁਟਕਾ ਸਾਹਿਬ ਲੈ ਕੇ ਆਪ ਪਾਠ ਕਰਨ ਲੱਗ ਜਾਂਦੇ ਹਾਂ। ਸਭ ਨੇ ਬੜੀ ਗੱਲ ਵੱਡੀ ਕੀਤੀ ਹੈ, ਸੁਣਿਆ ਪੜ੍ਹ ਪੜ੍ਹ ਪਾਵਹਿ ਮਾਨ, ਸੁਣਿਆ ਲਾਗੈ ਸਹਿਜ ਧਿਆਨ। ਸੁਣਨਾ ਬੜੀ ਵੱਡੀ ਗੱਲ ਹੈ। ਅਸੀਂ ਉੱਥੇ ਸੁਣਨ, ਜਿੱਥੇ ਸੁਣਨਾ ਸੀ ਉੱਥੇ ਆਪ ਸੋਚਦੇ ਹਾਂ ਵੀ ਅਸੀਂ ਆਪ ਇੱਥੇ ਵੀ ਪੜ੍ਹ ਲਈਏ, ਬਾਣੀ ਵੱਧ ਤੋਂ ਵੱਧ ਪੜ੍ਹੀਏ। ਪਰ ਜਿੱਥੇ ਪਹਿਲੋਂ ਤੋਂ ਬਾਣੀ ਦੀ ਗੱਲ ਹੋ ਰਹੀ ਹੋਵੇ, ਬਾਣੀ ਦਾ ਪਾਠ ਹੋ ਰਿਹਾ ਹੋਵੇ, ਉੱਥੇ ਗੁਟਕਾ ਸਾਹਿਬ ਫੜ ਕੇ ਬੈਠਣਾ ਉਚਿਤ ਨਹੀਂ ਹੈ। ਇਹ ਮਨਮਤ ਹੈ, ਸਿਆਣਪ ਨਹੀਂ ਹੈ। ਉੱਥੇ ਸਿਰਫ ਸੁਣਨਾ ਬਣਦਾ ਹੈ। ਸਿੱਖ ਰਹਿਤ ਮਰਿਆਦਾ ਦੇ ਅੰਦਰ ਵੀ ਇਹ ਗੱਲ ਸਪਸ਼ਟ ਹੈ, ਇੱਕ ਵਕਤ ਦੇ ਵਿੱਚ ਇੱਕੋ ਹੀ ਚੀਜ਼ ਹੋਣੀ ਚਾਹੀਦੀ ਹੈ। ਤੇ ਮੁਬਾਰਕ ਬਾਣੀ ਕਹਿੰਦੀ ਹੈ ਨਾ, ਸੁਖਮਨੀ ਸਾਹਿਬ ਦਾ ਬਚਨ ਕਈ ਵਾਰ ਸਾਂਝਾ ਕੀਤਾ ਹੈ ਵੀ ਧਿਆਨ ਇਕਾਗਰ ਕਰਕੇ ਤੇ ਫਿਰ ਬਾਣੀ ਨੂੰ ਪੜ੍ਹਨਾ ਹੈ, ਰੱਬੀ ਨਾਮ ਦੇ ਵਿੱਚ ਜੁੜਨਾ ਹੈ। ਹੁਣ ਤੁਸੀਂ ਖਿਆਲ ਕਰੋ, ਇੱਕ ਪਾਸੇ ਤੁਸੀਂ ਆਪ ਗੁਟਕਾ ਸਾਹਿਬ ਫੜਿਆ ਹੈ, ਆਪ ਤੁਸੀਂ ਬਾਣੀ ਪੜ੍ਹ ਰਹੇ ਹੋ, ਦੂਜੇ ਪਾਸੇ ਕੀਰਤਨ ਹੋ ਰਿਹਾ ਹੈ, ਕਥਾ ਹੋ ਰਹੀ ਹੋਵੇ, ਪਾਠ ਹੋ ਰਿਹਾ ਹੋਵੇ। ਕੀ ਤੁਹਾਡਾ ਧਿਆਨ ਜੁੜ ਸਕਦਾ, ਇਕਾਗਰ ਹੋ ਸਕਦਾ? ਨਹੀਂ ਹੋਏਗਾ। ਉਹ ਤੁਸੀਂ ਬੱਧਾ ਚੱਟੀ ਕਰ ਰਹੇ ਹੋ, ਤੁਸੀਂ ਫਾਰਮੈਲਿਟੀ ਕਰ ਰਹੇ ਹੋ। ਫਾਰਮੈਲਿਟੀ ਨਹੀਂ ਕਰਨੀ, ਸੁਰਤ ਨੂੰ ਉੱਥੇ ਜੋੜ ਲਈਏ ਜਿੱਥੇ ਸਾਡਾ ਧਿਆਨ ਜੁੜਨਾ ਚਾਹੀਦਾ ਹੈ, ਉੱਥੇ ਜੋੜ ਲਈਏ। ਬਖਸ਼ਿਸ਼ਾਂ ਆਪਣੇ ਆਪ ਹੋ ਜਾਣਗੀਆਂ। ਨਿਤਨੇਮ ਕਰ ਰਹੇ ਆ, ਬਾਣੀ ਪੜ੍ਹਨੀ ਹੈ, ਪਹਿਲਾਂ ਪੜ੍ਹ ਲਈਏ ਜਾਂ ਬਾਅਦ ਵਿੱਚ ਪੜ੍ਹ ਲਈਏ। ਪਰ ਜਦੋਂ ਦਰਬਾਰ ਸਾਹਿਬ ਦੇ ਅੰਦਰ ਕੋਈ ਸਮਾਗਮ ਚੱਲ ਰਿਹਾ ਹੈ, ਉਦੋਂ ਬਾਣੀ ਹੋਰ ਪੜ੍ਹਨੀ ਜਾਇਜ਼ ਨਹੀਂ ਹੈ। ਉਦੋਂ ਜੋ ਚੱਲ ਰਿਹਾ ਹੈ ਉਹਦੇ ਵਿੱਚ ਧਿਆਨ ਜੋੜਨਾ ਹੈ। ਸੁਣਨਾ ਬੜਾ ਜ਼ਰੂਰੀ ਹੈ, ਲਾਜ਼ਮੀ ਹੈ। ਸਭ ਤਾਂ ਹੀ ਕਹਿੰਦੇ ਨੇ ਵੀ ਸੁਣ ਕੇ ਬਖਸ਼ਿਸ਼ਾਂ ਹੋਵਣਗੀਆਂ। ਸੁਣਿਆ ਲਾਗੈ ਸਹਿਜ ਧਿਆਨ, ਰੱਬੀ ਨਾਮ ਨੂੰ ਸੁਣਿਆ ਕਰ, ਧਿਆਨ ਸਹਿਜ ਦੇ ਵਿੱਚ ਟਿਕ ਜਾਏਗਾ, ਆਤਮਕ ਅਡੋਲਤਾ 'ਚ ਆ ਜਾਏਗਾ ਤੇ ਫਿਰ ਐਸਿਆਂ ਦੇ ਉੱਤੇ ਬਖਸ਼ਿਸ਼ ਹੋ ਜਾਂਦੀ ਹੈ। ਨਾਨਕ ਭਗਤਾਂ ਸਦਾ ਵਿਗਾਸ। ਜਿਹੜੇ ਗੁਰਮੁਖ ਨੇ, ਜਿਹੜੇ ਰੱਬੀ ਭਗਤ ਨੇ, ਉਹ ਸਦਾ ਖੁਸ਼ ਰਹਿੰਦੇ ਨੇ, ਉਹ ਖੇੜੇ 'ਚ ਰਹਿੰਦੇ ਨੇ। ਉਹਨਾਂ ਨੂੰ ਫਿਰ ਦੁੱਖ ਨਹੀਂ ਵਿਆਪਦੇ, ਉਹਨਾਂ ਨੂੰ ਤੱਤੀ ਤਵੀ ਕਦੇ ਦੁਖੀ ਨਹੀਂ ਕਰ ਸਕਦੀ, ਉਹਨਾਂ ਨੂੰ ਆਰੇ ਤੰਗ ਨਹੀਂ ਕਰ ਸਕਦੇ, ਉਹਨਾਂ ਨੂੰ ਜੰਡ ਦੇ ਥੱਲੇ ਬੰਨ੍ਹ ਕੇ ਕੋਈ ਅੱਗ ਲਾ ਦੇਵੇ ਉਹ ਦੁਖੀ ਨਹੀਂ ਕਰ ਸਕਦਾ, ਕੋਈ ਟ੍ਰੇਨ ਦੇ ਥੱਲੇ ਦੇ ਦੇਵੇ ਉਹ ਮਨ ਦੁਖੀ ਨਹੀਂ ਕਰ ਸਕਦਾ, ਸਰੀਰ ਤੰਗ ਕਰ ਸਕਦਾ, ਮਨ ਨੂੰ ਦੁਖੀ ਨਹੀਂ ਕਰ ਸਕਦਾ। ਤਾਂ ਸਾਹਿਬ ਕਹਿੰਦੇ ਨੇ ਸੁਣਿਆ ਕਰ। ਸੁਣਿਆ ਦੁੱਖ ਪਾਪ ਕਾ ਨਾਸ਼। ਸੁਣਨ ਦੇ ਨਾਲ ਤੇਰੇ ਦੁੱਖ, ਤੇਰੇ ਪਾਪ ਨਾਸ਼ ਹੋ ਜਾਣਗੇ, ਤੇਰੇ ਸੁਭਾਅ ਦੇ ਵਿੱਚ ਤਬਦੀਲੀ ਆ ਜਾਏਗੀ। ਸੁਣਨਾ ਇਸ ਕਰਕੇ ਮਾਲਕ ਕਹਿੰਦੇ ਨੇ ਅਤ ਦਾ ਲਾਜ਼ਮੀ ਹੈ। ਸੁਰਤ ਨੂੰ ਰੱਬੀ ਚਰਨਾਂ ਦੇ ਅੰਦਰ ਜੋੜ ਕੇ, ਗੁਰੂ ਚਰਨਾਂ ਦੇ ਅੰਦਰ ਜੋੜ ਕਰਕੇ, ਧਿਆਨ ਰੱਬੀ ਬਾਣੀ ਵੱਲ ਜੋੜ ਕਰਕੇ ਸੁਣਿਆ ਕਰੀਏ, ਬਾਣੀ ਨੂੰ ਪੜ੍ਹਿਆ ਕਰੀਏ, ਬਾਣੀ ਨੂੰ ਵਿਚਾਰਿਆ ਕਰੀਏ। ਪਰ ਇੱਕ ਵਕਤ 'ਚ ਇੱਕੋ ਹੀ ਕੰਮ ਕਰਿਆ ਕਰੀਏ। ਜਦੋਂ ਸੁਣ ਲੱਗ ਜਾਵਾਂਗੇ ਸਭ ਕਹਿੰਦੇ ਬਖਸ਼ਿਸ਼ਾਂ ਹੋਣਗੀਆਂ, ਜੀਵਨ ਦੇ ਅੰਦਰ ਤਬਦੀਲੀ ਆ ਜਾਏਗੀ। ਸਭ ਕਿਰਪਾਲੂ ਦਇਆ ਕਰ ਦੇਣ।
ਸਾਡੇ ਮਨਾਂ ਦੇ ਅੰਦਰ ਰੱਬੀ ਬਾਣੀ ਦੀ ਦਾਤ ਬਖਸ਼ ਦੇਣ, ਨਾਮ ਦੀ ਦਾਤ ਬਖਸ਼ ਦੇਣ, ਗੁਰੂ ਚਰਨਾਂ ਦਾ ਪ੍ਰੇਮ ਬਖਸ਼ ਦੇਣ। ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਬੁਲਾਓ ਜੀ ਫਤਿਹ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।